ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੂੰ ਤੂੰ ਠਾਕੁਰ ਊਚ ਭਗਵਾਨ। ਤੁਮਰੀ ਮਹਿਮਾ ਵਰਨ ਨਾ ਸਕੂੰ ਤੂੰ ਠਾਕੁਰ ਊਚ ਭਗਵਾਨ। ਸਤਨਾਮ ਵਾਹਿਗੁਰੂ ਸਾਹਿਬ ਜੀ। ਮਤ ਹੁੰਦੀ ਹੋਏ ਇਣ ਤਾਣ ਹੁੰਦੇ ਹੋਏ ਨਿਤਾਣਾ। ਅਣਹੋਂਦੇ ਆਪ ਵੰਡਾਏ ਕੋਈ ਐਸਾ ਭਗਤ ਸਦਾਏ। ਅਣਹੋਂਦੇ ਆਪ ਵੰਡਾਏ ਕੋਈ ਐਸਾ ਭਗਤ ਸਦਾਏ। ਜੁਗੋ ਜੁਗ ਅਟਲ। ਚਾਵਰ ਛਤਰ ਤਖ਼ਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਸਤਸੰਗੀ ਜਨੋ ਵਡਭਾਗੀ ਹੋ। ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਅੰਦਰ ਆਪ ਜੀਆਂ ਨੇ ਰੱਬੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਲੜੀਵਾਰ ਵਿਚਾਰ ਦੇ ਵਿੱਚੋਂ ਬਾਬਾ ਫਰੀਦ ਸਾਹਿਬ ਜੀ ਦੇ 128 ਨੰਬਰ ਸ਼ਲੋਕ ਦੀ ਵਿਚਾਰ ਗੁਰੂ ਪਾਤਸ਼ਾਹ ਸੀਸ ਤੇ ਹੱਥ ਰੱਖ ਕੇ ਇਹ ਪਾਵਨ ਸੇਵਾ ਲੈਣ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨੋਬਿਰਤੀਆਂ ਇਕਾਗਰ ਕਰਦਿਆਂ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਫਰੀਦ ਸਾਹਿਬ ਜੀ ਨੇ ਅੱਜ ਦੇ ਇਸ ਸ਼ਲੋਕ ਦੇ ਅੰਦਰ ਭਗਤ ਦੀ ਗੱਲ ਕੀਤੀ ਹੈ। ਬਾਬਾ ਫਰੀਦ ਸਾਹਿਬ ਆਪ ਰੱਬੀ ਹੁਕਮ ਦੇ ਵਿੱਚ ਰੱਬ ਦੇ ਭਰੋਸੇ ਦੇ ਉੱਪਰ ਜੀਣ ਵਾਲੇ ਭਗਤ ਨੇ ਔਰ ਉਹਨਾਂ ਨੇ ਇੱਕ ਭਗਤ ਦੇ ਅੰਦਰ ਕੀ ਗੁਣ ਹੋਣੇ ਚਾਹੀਦੇ ਉਹ ਬਿਆਨ ਕੀਤੇ ਨੇ। ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਸਭ ਤੋਂ ਪਹਿਲਾਂ ਮਤ ਹੁੰਦੀ ਹੋਏ ਇਆਣਾ। ਜਿਸ ਦੇ ਕੋਲ ਮਤ ਹੈ ਅਕਲ ਹੈ ਸੋਝੀ ਹੈ ਪਰ ਉਸ ਮਤ ਦਾ ਹੰਕਾਰ ਨਹੀਂ ਕਰਦਾ, ਇਆਣਾ ਹੋ ਕੇ ਆਪਣਾ ਜੀਵਨ ਬਤੀਤ ਕਰਦਾ ਹੈ, ਆਪਣੇ ਅਕਲ ਦੇ ਆਸਰੇ ਲੋਕਾਂ ਦੇ ਉੱਪਰ ਧੱਕਾ ਨਹੀਂ ਕਰਦਾ। ਉਹ ਗੁਰਮੁਖਾਂ ਦੀ ਸੰਗਤ ਕਰਕੇ ਉਹਨਾਂ ਦੇ ਪਾਸੋਂ ਹੋਰ ਆਪਣੇ ਜੀਵਨ ਅੰਦਰ ਗੁਣਾਂ ਦਾ ਧਾਰਨੀ ਬਣਦਾ ਹੈ। ਮਤ ਹੁੰਦੀ ਹੋਏ ਇਆਣਾ। ਦੂਸਰਾ ਬਚਨ ਹੈ ਤਾਣ ਹੁੰਦਾ ਹੋਏ ਨਿਤਾਣਾ। ਉਹਦੇ ਕੋਲ ਤਾਣ ਹੈ, ਬਲ ਹੈ, ਤਾਕਤ ਹੈ। ਹੁਣ ਤਾਕਤ ਭਾਵੇਂ ਅਧਿਆਤਮਿਕ ਤਾਕਤ ਹੋਏ ਤੇ ਭਾਵੇਂ ਦੁਨਿਆਵੀ ਤਾਕਤ ਹੋਏ, ਦੁਨੀਆ ਦਾ ਕੋਈ ਉੱਚੇ ਅਹੁਦੇ ਦੇ ਉੱਪਰ ਵੀ ਹੋਏ, ਇਹ ਤਾਣ ਇਹ ਬਲ ਹੋਣ ਦੇ ਬਾਵਜੂਦ ਵੀ ਉਸ ਤਾਣ ਦੇ ਨਾਲ ਬਲ ਦੇ ਨਾਲ ਲੋਕਾਂ ਦਾ ਘਾਣ ਨਹੀਂ ਕਰਦਾ, ਲੋਕਾਈ ਨੂੰ ਤੰਗ ਨਹੀਂ ਕਰਦਾ। ਉਹ ਅਣਹੋਂਦੇ ਆਪ ਵੰਡਾਏ। ਅਣਹੋਂਦੇ ਤੋਂ ਭਾਵ ਆਪਣੇ ਕੋਲ ਵੰਡਣ ਜੋਗਾ ਨਾ ਵੀ ਹੋਏ ਬਹੁਤਾ ਤਾਂ ਵੀ ਉਹ ਵੰਡ ਕੇ ਸ਼ੁਕਰ ਮਨਾਉਂਦਾ ਹੈ। ਕੋਈ ਐਸਾ ਭਗਤ ਸਦਾਏ, ਕੋਈ ਐਸਾ ਭਗਤ ਜਿਹੜਾ ਹੈ ਉਹ ਫਿਰ ਆਪਣੇ ਸੰਸਾਰ ਦੇ ਅੰਦਰ ਭਗਤ ਸਦਾਇਆ ਜਾਂਦਾ ਹੈ, ਕਿਹਾ ਜਾਂਦਾ ਹੈ। ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਜਦੋਂ ਦਰਸ਼ਨ ਕਰਦੇ ਹਾਂ ਤੇ ਮਹਾਰਾਜ ਭਗਤ ਦੇ ਗੁਣ ਬਿਆਨ ਕਰਦੇ ਆ। ਆਖਦੇ ਨੇ ਭਗਤ ਉਹ ਹੈ ਕਿ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਬਰ ਭਾਣਾ ਭਾਵੇ। ਭਗਤ ਉਹ ਹੈ ਕਿ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪਰ ਭਾਣਾ ਭਾਵੇ, ਜਿਸ ਨੂੰ ਹਰੀ ਦਾ ਭਾਣਾ ਚੰਗਾ ਲੱਗਦਾ ਹੈ, ਹਰੀ ਦਾ ਹੁਕਮ ਚੰਗਾ ਲੱਗਦਾ ਹੈ, ਮਾਲਕ ਦੇ ਹੁਕਮ ਨੂੰ ਸਤ ਸਤ ਕਰਕੇ ਮੰਨਦਾ ਹੈ, ਪ੍ਰਭੂ ਦੀ ਰਜ਼ਾ ਦੇ ਚੱਲਦਾ ਹੈ, ਉਹ ਭਗਤ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਤੇ ਇੱਥੋਂ ਤੱਕ ਰਹਿਮਤ ਕੀਤੀ। ਜਦੋਂ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਆਖਦੇ ਨੇ ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਉਹ ਬੜੇ ਬਿਖਮ ਮਾਰਗ ਦੇ ਉੱਪਰ ਜੋ ਸੰਸਾਰ ਦੀਆਂ ਨਜ਼ਰਾਂ ਦੇ ਵਿੱਚ ਬੜਾ ਔਖਾ ਹੈ। ਫਿਰ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ।
ਲੱਭ ਨੂੰ, ਲੋਭ ਨੂੰ, ਅਹੰਕਾਰ ਨੂੰ ਤਿਆਗ ਕੇ ਉਹ ਬਹੁਤਾ ਨਹੀਂ ਬੋਲਦੇ। ਲੱਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੇ ਆਪਣਾ ਆਪ ਤਜ ਦਿੱਤਾ ਹੈ, ਆਪਣਾ ਆਪ ਤਜਨ ਤੋਂ ਆਪਣਾ ਹੰਕਾਰ ਤਿਆਗ ਦਿੱਤਾ ਹੈ, ਰੱਬ ਦੇ ਚਰਨਾਂ ਦੇ ਸਰੈਂਡਰ ਹੋ ਗਏ ਨੇ, ਜਿਹੜੇ ਰੱਬੀ ਹੁਕਮ ਦੇ ਜਿਹੜੇ ਚੱਲਦੇ ਨੇ। ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਉਹਨਾਂ ਦੇ ਅੰਦਰ ਪ੍ਰਮਾਤਮਾ ਦੇ ਨਾਮ ਦੀ ਵਾਸਨਾ ਸਮਾ ਜਾਂਦੀ ਹੈ, ਨਾਮ ਦੀ ਗੁਣਾ ਦੀ ਖੁਸ਼ਬੂ ਉਹਨਾਂ ਦੇ ਜੀਵਨ ਅੰਦਰ ਸਮਾ ਜਾਂਦੀ ਹੈ। ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ, ਉਹਨਾਂ ਦੀ ਚਾਲ ਜੁਗਾਂ ਤੋਂ ਹੀ ਨਿਰਾਲੀ ਹੈ, ਵੱਖਰੀ ਹੈ। ਇਹ ਭਗਤ ਦੇ ਗੁਣ ਨੇ। ਸਤਿਗੁਰ ਮਹਾਰਾਜ ਇੱਥੋਂ ਤੱਕ ਰਹਿਮਤ ਕਰਦੇ ਨੇ, ਆਖਦੇ ਕਿ ਭਗਤਾਂ ਤੈ ਸਹਿ ਸਾਰੀਆਂ ਜੋੜ ਕਦੇ ਨਾ ਆਇਆ। ਸੰਸਾਰਿਕ ਮਨੁੱਖ ਸੰਸਾਰ ਦੀ ਟੇਕ ਲੈ ਕੇ ਚੱਲਦਾ ਹੈ, ਭਗਤ ਰੱਬ ਦੀ ਟੇਕ ਦੇ ਉੱਪਰ ਜੀਂਦਾ ਹੈ, ਰੱਬ ਦੇ ਭਰੋਸੇ ਤੇ ਜੀਂਦਾ ਹੈ। ਇਸ ਲਈ ਮੇਰੇ ਮਾਲਕ ਆਖਦੇ ਨੇ ਕਿ ਭਗਤਾਂ ਤੈ ਸਹਿ ਸਾਰੀਆਂ ਜੋੜ ਕਦੇ ਨਾ ਆਇਆ। ਉਹਨਾਂ ਦਾ ਕਦੇ ਜੋੜ ਨਹੀਂ ਬਣਦਾ। ਉਹਨਾਂ ਦਾ ਜਦੋਂ 57 ਦਾ ਗਦਰ ਹੋਇਆ ਤੇ 57 ਦੇ ਗਦਰ ਦੇ ਅੰਦਰ ਸਰਕਾਰ ਨੇ ਇੱਕ ਦਿਨ ਦੀ ਖੁੱਲ੍ਹ ਦੇ ਦਿੱਤੀ ਕਿ ਜੋ ਤੁਸੀਂ ਲੁੱਟ ਸਕਦੇ ਹੋ, ਜੋ ਕਰ ਸਕਦੇ ਹੋ, ਉਹ ਕਰ ਸਕਦੇ ਹੋ। ਫਿਰ ਜਿੱਥੇ ਬਹੁਤ ਤਾਦਾਦ ਦੇ ਵਿੱਚ ਜਿਹੜੀ ਵੀ ਜਾਤ ਹੁੰਦੀ ਹੈ, ਉਹ ਦੂਸਰਿਆਂ ਦੇ ਉੱਪਰ ਜ਼ੋਰ ਕਰਦੀ ਹੀ ਹੈ। ਤੇ ਮੈਂ ਇਤਿਹਾਸ ਦੇ ਚੋਂ ਪੜ੍ਹਿਆ ਕਿ ਬਾਬਾ ਕਰਮ ਸਿੰਘ ਜੀ ਜੋ ਉਸ ਵੇਲੇ ਫੌਜ ਦੇ ਵਿੱਚ ਸਨ, ਸਰਕਾਰ ਵੱਲੋਂ ਛੂਟ ਮਿਲੀ ਤੇ ਲੋਕਾਂ ਨੇ ਫਿਰ ਧਨ ਮਾਲ ਜੋ ਲੁੱਟਣਾ ਸੀ ਖੁੱਲ੍ਹੇ ਦਿਲ ਦੇ ਨਾਲ ਲੁੱਟਿਆ ਵੀ, ਲੋਕਾਂ ਦੇ ਉੱਪਰ ਤਸ਼ੱਦਦ ਵੀ ਹੋਏ। ਬਾਬਾ ਕਰਮ ਸਿੰਘ ਜੀ ਤੁਰੇ ਜਾ ਰਹੇ ਸਨ ਤੇ ਇੱਕ ਘਰ ਦੇ ਵਿੱਚੋਂ ਆਵਾਜ਼ ਆਈ। ਉਹ ਪਰਿਵਾਰ, ਉਹ ਘਰ ਕਿਸੇ ਹੋਰ ਦਾ ਨਹੀਂ, ਕਿਸੇ ਮੁਸਲਮਾਨ ਮਨੁੱਖ ਦਾ ਸੀ। ਉਹਨਾਂ ਦੀਆਂ ਸਵਾਣੀਆਂ ਨੇ ਆਵਾਜ਼ ਦਿੱਤੀ ਕਿ ਇਹ ਗੁਰੂ ਨਾਨਕ ਦੇ ਸਿੱਖ, ਤੈਨੂੰ ਗੁਰੂ ਨਾਨਕ ਦਾ ਵਾਸਤਾ ਹੈ, ਅੱਜ ਸਾਡੀ ਪੱਤ ਬਚਾ ਲੈ, ਅੱਜ ਸਾਡੀ ਇੱਜ਼ਤ ਬਚਾ ਲੈ, ਸਾਡੇ ਜਾਨ ਮਾਲ ਦੀ ਰਾਖੀ ਕਰ। ਜਦੋਂ ਬਾਬਾ ਕਰਮ ਸਿੰਘ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਨਾਮ ਦਾ ਵਾਸਤਾ ਪਿਆ, ਫੌਜੀ ਸਨ, ਉਸ ਘਰ ਦੇ ਬੂਹੇ ਦੇ ਸਾਹਮਣੇ ਖੜੇ ਹੋ ਗਏ। ਇੱਕ ਦਿਨ ਵੱਲੋਂ ਸਰਕਾਰ ਵੱਲੋਂ ਛੂਟ ਮਿਲੀ ਸੀ, ਜਿਵੇਂ ਕਿ 84 ਦੇ ਵਿੱਚ ਹੋਇਆ, ਆਪ ਨੂੰ ਗਿਆਤ ਹੋਏਗਾ, ਸਰਕਾਰ ਵੀ ਇਨਵੋਲਵ ਸੀ ਇਸ ਦੇ ਵਿੱਚ। ਇਸੇ ਤਰ੍ਹਾਂ 57 ਦੇ ਅੰਦਰ ਉਹ ਫੌਜੀ ਜਿਹੜਾ ਹੈ, ਸਿੱਖ ਸਰਦਾਰ ਜਿਹੜਾ ਹੈ ਬਾਬਾ ਕਰਮ ਸਿੰਘ, ਬਾਅਦ ਵਿੱਚ ਭਗਤੀ ਦੇ ਨਾਲ ਜੁੜ ਕੇ ਉਹਨਾਂ ਨੇ ਉਹ ਉੱਚਾ ਮਰਤਬਾ ਪ੍ਰਾਪਤ ਕੀਤਾ। ਉਹਨਾਂ ਨੇ ਸਾਰਾ ਦਿਨ ਉਸ ਘਰ ਦੇ ਬੂਹੇ ਦੇ ਉੱਪਰ ਖੜੇ ਰਹੇ। ਜਦੋਂ ਕੋਈ ਆਂਦਾ ਸੀ ਤੇ ਕਹਿੰਦੇ ਸੀ ਕਿ ਵੱਡੇ ਅਫਸਰ ਦਾ ਹੁਕਮ ਹੈ, ਇਸ ਘਰ ਦੇ ਨਾਲ ਤੁਸੀਂ ਕੁਝ ਨਹੀਂ ਛੇੜਖਾੜ ਕਰਨੀ। ਸਾਰਾ ਦਿਨ ਸਾਰੀ ਰਾਤ ਉਹ ਖੜੇ ਰਹੇ। ਦੂਸਰੇ ਦਿਨ ਸਾਰਾ ਜਦੋਂ ਕੰਟਰੋਲ ਹੋ ਗਏ ਆ, ਘਰ ਦੀਆਂ ਸਵਾਣੀਆਂ, ਕਿਉਂਕਿ ਇਸਲਾਮ ਧਰਮ ਨੂੰ ਮੰਨਣ ਵਾਲੇ ਸਨ, ਆਪਣਾ ਬੁਰਕਾ ਲਾ ਕੇ ਨਮਸਕਾਰ ਕੀਤੀ ਉਹਨਾਂ ਨੇ ਕਿ ਹੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸਿੱਖਾ, ਤੂੰ ਸਾਡੀ ਜਾਨ ਪੱਤ ਦੀ ਇੱਜ਼ਤ ਦੀ ਰਾਖੀ ਕੀਤੀ ਹੈ। ਜੇ ਤੂੰ ਸਾਡੀ ਰੱਖਿਆ ਨਾ ਕਰਦਾ ਤੇ ਨਾ ਸਾਡੇ ਕੋਲ ਧਨ ਮਾਲ ਰਹਿਣਾ ਸੀ, ਨਾ ਸਾਡੀ ਇੱਜ਼ਤ ਜਿਹੜੀ ਹੈ ਸਾਡੇ ਕੋਲ ਹਿਫਾਜ਼ਤ ਰਹਿਣੀ ਸੀ। ਉਹਨਾਂ ਨੇ ਕੁਝ ਥਾਲ ਦੇ ਵਿੱਚ ਧਨ ਪਦਾਰਥ ਪਾ ਕੇ ਜਦੋਂ ਦਿੱਤੇ ਕਿ ਤੂੰ ਸਾਡੀ ਹਿਫਾਜ਼ਤ ਕੀਤੀ ਹੈ, ਇਹਦੇ ਬਦਲੇ ਤੈਨੂੰ ਧਨ ਦੇ ਰਹੇ ਹਾਂ। ਬਾਬਾ ਕਰਮ ਸਿੰਘ ਨੇ ਕਿਹਾ ਕਿ ਇਹ ਤੁਸੀਂ ਕੀ ਕਰ ਰਹੇ ਹੋ? ਕਹਿਣ ਲੱਗੇ ਇਹ ਜੋ ਤੂੰ ਰੱਖਿਆ ਕੀਤੀ ਹੈ ਉਹਦੇ ਬਦਲੇ। ਉਹ ਕਹਿਣ ਲੱਗਾ 4 ਟਕਿਆਂ ਦੇ ਖਾਤਰ ਮੈਂ ਤੁਹਾਡੀ ਹਿਫਾਜ਼ਤ ਨਹੀਂ ਕੀਤੀ, ਤੁਸੀਂ ਗੁਰੂ ਨਾਨਕ ਦਾ ਵਾਸਤਾ ਦਿੱਤਾ ਹੈ ਤੇ ਗੁਰੂ ਨਾਨਕ ਦਾ ਸਿੱਖ ਗੁਰੂ ਦੇ ਵਾਸਤੇ ਦੇ ਆਪਣੇ ਆਪ ਨੂੰ ਕੁਰਬਾਨ ਕਰ ਸਕਦਾ ਹੈ। ਜਦੋਂ ਆਪਸ ਘਰ ਆਈ, ਜਦੋਂ ਮਾਂ ਨੇ ਪੁੱਛਿਆ ਕਿ ਲੋਕਾਂ ਨੇ ਬੜਾ ਕੁਝ ਲੁੱਟਿਆ ਹੈ, ਕਰਮ ਸਿੰਘ ਤੂੰ ਵੀ ਕੁਝ ਲੈ ਕੇ ਆਏ? ਕਹਿਣ ਲੱਗਾ ਮੈਂ 2 ਚੀਜ਼ਾਂ ਆਪਣੇ ਪੱਲੇ ਬੰਨੀਆਂ ਨੇ। ਇੱਕ ਤੇ ਗੁਰੂ ਦੇ ਸਿੱਖ ਦਾ ਭਰੋਸਾ, ਜੋ ਉਸ ਪਰਿਵਾਰ ਨੇ ਸਿੱਖ ਦੇ ਉੱਪਰ ਭਰੋਸਾ ਕੀਤਾ, ਮੈਂ ਉਹ ਭਰੋਸਾ ਜਿੱਤ ਕੇ ਆਇਆ। ਦੂਸਰਾ ਗੁਰੂ ਨਾਨਕ ਦੇ ਘਰ ਦਾ ਵਾਸਤਾ ਉਹਨਾਂ ਨੇ ਪਾਇਆ, ਉਹ ਸਦਾ ਹੀ ਗੁਰੂ ਨਾਨਕ ਦੇ ਘਰ ਦੇ ਕਰਜ਼ਦਾਰ ਰਹਿਣਗੇ। ਮਹਾਰਾਜ ਆਖਦੇ ਕਿ ਇਹ ਭਗਤ ਦੇ ਅੰਦਰ ਗੁਣ ਨੇ
ਤੇ ਭਗਤ ਜਿਹੜਾ ਹੈ ਪ੍ਰਮਾਤਮਾ ਦੇ ਰੱਬ ਦੇ ਭਰੋਸੇ ਦੇ ਉੱਪਰ ਜਿੰਦਾ ਹੈ। ਪ੍ਰਭੂ ਦਾ ਭਗਤ ਸੇਵਕ ਜਿਹੜਾ ਹੈ, ਸਤਿਗੁਰ ਮਹਾਰਾਜ ਆਖਦੇ ਨੇ ਕਿ ਰਸਨਾ ਦੇ ਨਾਲ ਪ੍ਰਮਾਤਮਾ ਦੇ ਨਾਮ ਨੂੰ ਜਪਦਾ ਹੈ, ਪ੍ਰਮਾਤਮਾ ਦੀ ਸਿਫਤ ਸਲਾਹ ਦੇ ਨਾਲ ਜੁੜਿਆ ਹੋਇਆ ਹੈ। ਉਹਦੇ ਲਈ ਸ਼ਤਰੂ ਔਰ ਮਿੱਤਰ ਉਹ ਬਰਾਬਰ ਨੇ। ਉਹ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਵੀ ਸੰਸਾਰ ਤੋਂ ਨਿਰਲੇਪ ਰਹਿੰਦਾ ਹੈ। ਜਿਵੇਂ ਚਿੱਕੜ ਦੇ ਅੰਦਰ ਰਹਿ ਕੇ ਕਮਲ ਦਾ ਫੁੱਲ ਚਿੱਕੜ ਤੋਂ ਨਿਰਲੇਪ ਹੈ, ਮੁਰਗਾਬੀ ਪਾਣੀ ਦੇ ਵਿੱਚ ਰਹਿ ਕੇ ਪਾਣੀ ਤੋਂ ਨਿਰਲੇਪ ਹੈ। ਰਸਨਾ ਦੇ ਨਾਲ ਪ੍ਰਮਾਤਮਾ ਦਾ ਨਾਮ ਜਪਣਾ, ਰੱਬ ਦੇ ਭਰੋਸੇ ਉੱਪਰ ਜੀਣ ਵਾਲਾ ਭਗਤ ਹੈ। ਥੋੜਾ ਸਵੈ ਥੋੜਾ ਹੀ ਖਾਵੇ, ਥੋੜਾ ਸੌਂਦਾ ਹੈ, ਥੋੜਾ ਖਾਂਦਾ ਹੈ। ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਤੋਂ ਨਿਰਲੇਪ ਰਹਿੰਦਾ ਹੈ। ਗੁਰਦੇਵ ਆਖਦੇ ਨੇ ਕਿ ਇਹ ਭਗਤ ਦੇ ਅੰਦਰ ਇਹ ਗੁਣ ਨੇ। ਪਰ ਨਿੰਦਾ ਸੁਣ ਆਪ ਹਟਾਵੇ, ਪਰ ਨਿੰਦਾ ਜਿਤੇ ਕੰਨਾਂ ਤੇ ਪੈਂਦੀ ਹੋਏ ਆਪਣੇ ਆਪ ਨੂੰ ਪਾਸੇ ਕਰ ਲੈਂਦਾ ਹੈ। ਇਹ ਭਗਤ ਦੇ ਅੰਦਰ ਗੁਣ ਨੇ। ਸਤਿਗੁਰ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੇਖੋ, ਪਾਤਸ਼ਾਹ ਨੂੰ ਮੱਕੇ ਦੀ ਧਰਤੀ ਦੇ ਉੱਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਆਖਦੇ ਨੇ ਕਿ ਜੀਵਨ ਮਾਰੀ ਲੱਤ ਦੀ, ਕੌਣ ਸੁੱਤਾ ਕੁਫਰ ਕੁਫਾਰੀ। ਬਾਬੇ ਨਾਨਕ ਨੂੰ ਕਿਸੇ ਚੀਜ਼ ਦੀ ਕਮੀ ਥੋੜੀ ਏ। ਚੰਗੇ ਘਰ ਦੇ ਉਹ ਰਹਿਣ ਵਾਲੇ ਨੇ, ਪਟਵਾਰੀ ਉਹਨਾਂ ਦੇ ਪਿਤਾ ਨੇ, ਘਰ ਦੇ ਕਿਸੇ ਚੀਜ਼ ਦੀ ਕਮੀ ਨਹੀਂ। ਪਰ ਲੋਕਾਈ ਦਾ ਦਰਦ, ਉਹਨਾਂ ਦੇ ਤਕਲੀਫਾਂ ਦੇਖ ਕੇ ਬਾਬੇ ਨਾਨਕ ਨੇ 4 ਉਦਾਸੀਆਂ ਕੀਤੀਆਂ ਲੋਕਾਈ ਦੀ ਭਲਾਈ ਲਈ। ਤੇ ਜੀਵਨ ਵਰਗਾ ਇੱਕ ਸੇਵਾਦਾਰ ਬਾਬੇ ਨਾਨਕ ਨੂੰ ਜਦੋਂ ਲੱਤ ਮਾਰਦਾ ਹੈ ਤੇ ਮਹਾਰਾਜ ਨੇ ਪਰਤ ਕੇ ਕੁਝ ਨਹੀਂ ਕਿਹਾ। ਮਹਾਰਾਜ ਨੇ ਕਿਹਾ ਕਿ ਜਿੱਧਰ ਰੱਬ ਦਾ ਘਰ ਨਹੀਂ ਹੈ ਮੇਰੇ ਪੈਰ ਉਧਰ ਕਰ ਦੇ। ਲੋਕਾਂ ਦੀਆਂ ਲੱਤਾਂ ਵੀ ਖਾਧੀਆਂ। ਪੰਡਤਾਂ ਨੇ ਇੱਥੋਂ ਤੱਕ ਕਿਹਾ, ਜਦੋਂ ਗੁਰੂ ਨਾਨਕ ਸੱਚਾ ਪਾਤਸ਼ਾਹ ਵੇਈ ਨਦੀ ਤੋਂ ਬਾਹਰ ਆਏ, ਸ਼ਮਸ਼ਾਨ ਵੱਲ ਜਦੋਂ ਗਏ ਤੇ ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਭਿਆ ਦੀਵਾਨਾ ਸ਼ਾਹ ਕਾ ਨਾਨਕ ਬੋਰਾਨਾ। ਨਾਨਕ ਬੋਰਾਨਾ ਹੋ ਗਏ। ਲੋਕਾਂ ਦੀਆਂ ਗੱਲਾਂ ਵੀ ਸੁਣੀਆਂ। ਜੋਗੀਆਂ ਕੋਲ ਗੁਰਦੇਵ ਪਾਤਸ਼ਾਹ ਸੁਮੇਰ ਪਰਬਤ ਤੱਕ ਚਲੇ ਗਏ। ਮਹਾਰਾਜ ਲੋਕਾਈ ਦਾ ਦਰਦ ਵੰਡਾਉਣ ਲਈ, ਲੋਕਾਈ ਦਾ ਦੁੱਖ ਦੂਰ ਕਰਨ ਲਈ ਪਾਤਸ਼ਾਹ ਨੇ ਲੋਕਾਂ ਦੀਆਂ ਗੱਲਾਂ ਵੀ ਸੁਣੀਆਂ। ਲੋਕਾਂ ਕੋਲੋਂ ਲੱਤਾਂ ਵੀ ਸਤਿਗੁਰੂ ਪਾਤਸ਼ਾਹ ਨੂੰ ਪਈਆਂ ਨੇ। ਪਰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਹਿਰਦਾ ਕਿ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ। ਕਿਉਂਕਿ ਭਗਤ ਦੇ ਅੰਦਰ ਇਹ ਗੁਣ ਨੇ। ਭਗਤ ਉਹ ਹੈ ਜਿਸ ਨੇ ਪ੍ਰਮਾਤਮਾ ਦੇ ਭਾਣੇ ਨੂੰ, ਰੱਬ ਦੀ ਰਜ਼ਾ ਦੇ ਅੰਦਰ ਜਿਹਨਾਂ ਤੁਰਨਾ ਆ ਕੇ ਆ। ਤੇ ਸਤਿਗੁਰ ਮਹਾਰਾਜ ਬਾਣੀ ਅੰਦਰ ਆਖਦੇ ਨੇ ਕਿ ਭਗਤ ਭਾਵੇਂ ਕਿਸੇ ਵੀ ਜਾਤ ਦਾ ਹੋਵੇ, ਕਿਸੇ ਵੀ ਮਜ਼ਹਬ ਦਾ ਹੋਵੇ, ਕਿਸੇ ਵੀ ਪ੍ਰਾਂਤ ਦਾ ਹੋਵੇ, ਉਹ ਰੱਬ ਦੇ ਘਰ ਦੇ ਵਿੱਚ ਇੰਜ ਹੈ ਜਿਵੇਂ ਇੱਕ ਫੁੱਲਿਆ ਹੋਇਆ ਫੁੱਲ ਹੁੰਦਾ ਹੈ, ਖਿੜੇ ਹੋਏ ਫੁੱਲ ਦੇ ਤੁਲ ਹੈ। ਉਹ ਭਗਤ ਦੀ ਕੋਈ ਵੀ ਜਾਤ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਅੰਦਰ 35 ਮਹਾਂਪੁਰਸ਼ਾਂ ਦੀ ਬਾਣੀ ਹੈ। 15 ਭਗਤਾਂ ਦੇ ਵਿੱਚੋਂ 10 ਭਗਤ ਉਹ ਨੇ ਜਿਨ੍ਹਾਂ ਨੂੰ ਸੰਸਾਰ ਦੇ ਲੋਕ ਨੀਵੀਂ ਜਾਤੀ ਦਾ ਕਹਿੰਦੇ ਸਨ। 10 ਭਗਤ ਸੰਸਾਰ ਦੀਆਂ ਨਜ਼ਰਾਂ ਅੰਦਰ ਨੀਵੀਂ ਜਾਤੀ ਸਨ। ਪਰ ਮਹਾਰਾਜ ਨੇ ਆਖਿਆ ਕਿ ਭਗਤ ਦੀ ਕੋਈ ਜਾਤ ਨਹੀਂ ਹੈ। ਬਾਣੀ ਦੇ ਵਿੱਚੋਂ ਬਚਨ ਹੈ, ਮਹਾਰਾਜ ਆਖਦੇ ਨੇ ਕਿ ਕੇਸਰ ਕੁਸਮ ਮਿਰਗ ਮੈਂ ਹਰਣਾ, ਸਰਬ ਸ਼ਰੀਰੀ ਚੜਨਾ। ਬਾਬੇ ਨਾਨਕ ਦੇ ਬਚਨ ਨੇ। ਸਤਿਗੁਰ ਆਖਦੇ ਨੇ ਕਿ ਕੇਸਰ, ਹੁਣ ਕੇਸਰ ਕਿਹਨਾਂ ਦੇ ਹੱਥਾਂ ਦੇ ਵਿੱਚੋਂ ਟੁੱਟਿਆ ਹੋਇਆ, ਪਰ ਕੇਸਰ ਨੂੰ ਹਰ ਇੱਕ ਮਨੁੱਖ ਵਰਤਦਾ ਹੈ। ਭਾਵੇਂ ਕੋਈ ਅਮੀਰ ਹੈ, ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਉੱਚੀ ਜਾਤੀ ਦਾ ਹੈ ਤੇ ਭਾਵੇਂ ਕੋਈ ਨੀਵੀਂ ਜਾਤੀ ਦਾ ਹੈ। ਹੁਣ ਜੇ ਦੇਖਣ ਜਾਓ ਕਿ ਕੇਸਰ ਟੁੱਟਿਆ ਕਿਹਨਾਂ ਦੇ ਹੱਥਾਂ ਦੇ ਵਿੱਚੋਂ ਹੈ, ਤੇ ਹੋ ਸਕਦਾ ਹੈ ਕਿਸੇ ਨੀਵੀਂ ਜਾਤ ਦੇ ਨੇ ਤੋੜਿਆ ਹੋਵੇ, ਪਰ ਕੇਸਰ ਦੀ ਭ੍ਰਿਸ਼ਟ ਨਹੀਂ ਮੰਨੀ ਜਾਂਦੀ। ਮਹਾਰਾਜ ਆਖਦੇ ਕਿ ਕੇਸਰ ਕੁਸਮ, ਕੁਸਮ ਕਿਹਾ ਜਾਂਦਾ ਫੁੱਲਾਂ ਨੂੰ। ਫੁੱਲ ਬਗੀਚੇ ਦੇ ਵਿੱਚੋਂ ਕੋਈ ਵੀ ਤੋੜ ਕੇ ਲੈ ਕੇ ਆਏ, ਇਹਨੂੰ ਹਿੰਦੂ ਵੀਰ ਹੀ ਆਪਣੇ ਇਸ਼ਟ ਦੇ ਅੱਗੇ ਜਾ ਕੇ ਭੇਟਾ ਕਰਦੇ ਨੇ, ਮੁਸਲਮਾਨ ਵੀ ਭੇਟਾ ਕਰਦੇ ਨੇ, ਸਿੱਖ ਵੀ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਭੇਟਾ ਕਰਦੇ ਨੇ। ਫੁੱਲ ਦੀ ਕੋਈ ਭ੍ਰਿਸ਼ਟ ਨਹੀਂ ਮੰਨੀ ਗਈ। ਕੇਸਰ ਕੁਸਮ ਮਿਰਗ ਮੈਂ, ਮਿਰਗ ਮੈਂ ਕਿਹਾ ਜਾਂਦਾ ਹੈ ਮਿਰਗ ਦੇ ਪੇੜ ਦੇ ਚੋਂ ਨਿਕਲੀ ਕਸਤੂਰੀ, ਜਿਹਨੂੰ ਸੁਗੰਧੀ ਅਸੀਂ ਕਹਿ ਸਕਦੇ ਹਾਂ। ਸੁਗੰਧੀ ਨੂੰ ਹਰ ਕੋਈ ਮਨੁੱਖ ਵਰਤਦਾ ਹੈ, ਉੱਚੀ ਜਾਤੀ ਦਾ ਹੋਏ, ਨੀਵੀਂ ਦਾ ਹੋਏ, ਅਮੀਰ ਹੋਏ, ਗਰੀਬ ਹੋਏ। ਹਰਣਾ ਤੋਂ ਪਾਉ ਸੋਨਾ।
ਦੁਕਾਨ ਦੇ ਉੱਪਰ ਸੁਨਿਆਰੇ ਦੁਕਾਨ ਉੱਪਰ 2 ਘੰਟੇ ਪਹਿਲੇ ਹੋ ਸਕਦਾ ਹੈ ਕੋਈ ਨੀਵੀਂ ਜਾਤੀ ਦਾ ਗਿਆ ਹੋਏ, ਉਹਨੇ ਜਾ ਕੇ ਸੋਨਾ ਚੈੱਕ ਕੀਤਾ ਹੋਏ, ਛੋੜ ਕੇ ਆ ਗਿਆ ਹੋਏ, 2 ਘੰਟਿਆਂ ਬਾਅਦ ਅਮੀਰ ਜਾ ਕੇ ਉਸੇ ਸੋਨੇ ਨੂੰ ਪਸੰਦ ਕਰ ਲੈਂਦਾ, ਆਪਣੇ ਗਲੇ ਦੇ ਸ਼ਿੰਗਾਰ ਧਾਰਨ ਕਰ ਲੈਂਦਾ ਹੈ। ਗੁਰਦੇਵ ਆਖਦੇ ਨੇ ਕਿ ਜਿਵੇਂ ਕੇਸਰ ਕੁਸਮ ਮਿਰਗ ਮੈਂ ਹਰਨਾ ਸਰਬ ਸਰੀਰੀ ਚੜਨਾ, ਇਹ ਸਾਰੇ ਸਰੀਰਾਂ ਦੇ ਉੱਪਰ ਇੱਕੋ ਵਰਗਾ ਹੈ, ਇਹਦੀ ਭ੍ਰਿਸ਼ਟ ਨਹੀਂ ਮੰਨੀ ਜਾਂਦੀ। ਚੰਦਨ ਭਗਤਾਂ ਜੋਤ ਇਨੇ ਹੀ, ਚੰਦਨ ਦੀ ਖੁਸ਼ਬੂ ਹਰ ਕੋਈ ਮੰਨਦਾ ਹੈ। ਇਸੇ ਤਰ੍ਹਾਂ ਭਗਤਾਂ ਦੇ ਗੁਣਾਂ ਦੀ ਖੁਸ਼ਬੂ ਵੀ ਸੰਸਾਰ ਦੇ ਲੋਕੀ ਮੰਨਦੇ ਨੇ, ਉਹਨਾਂ ਦੇ ਗੁਣਾਂ ਰਾਹੀਂ, ਉਹਨਾਂ ਦੀ ਬਾਣੀ ਰਾਹੀਂ, ਉਹਨਾਂ ਦੇ ਉਪਦੇਸ਼ ਰਾਹੀਂ। ਚੰਦਨ ਭਗਤਾਂ ਜੋਤ ਨੇ ਹੀ ਸਰਵੇ ਪਰਮਲ ਕਰਨਾ। ਅਗਲੀ ਪੰਕਤੀ ਹੈ ਘੇ ਪਟ ਭਾਂਡਾ ਕਹਿ ਨਾ ਕੋਏ। ਘੇ ਸ਼ਬਦ ਆਇਆ ਹੈ ਘਿਓ ਤੋਂ। ਹੁਣ ਘਿਓ ਨੂੰ ਕੱਢਣ ਵਾਲੇ ਜਿਹੜੇ ਨੇ, ਹੋ ਸਕਦਾ ਗੁੱਜਰ ਹੋਣ, ਹੋ ਸਕਦਾ ਤਰਖਾਣ ਹੋਣ, ਕਿਉਂਕਿ ਨੀਵੀਂ ਜਾਤੀ ਦੇ ਜਿਹਨਾਂ ਨੂੰ ਵੈਸ਼ ਕਿਹਾ ਜਾਂਦਾ ਸੀ, ਉਹਨਾਂ ਦੇ ਇਹ ਕਰਮ ਸੀ। ਪੁਰਾਣੇ ਸਮੇਂ ਅੰਦਰ, ਅਜੋਕੇ ਸਮੇਂ ਅੰਦਰ ਤੇ ਹਰ ਕੋਈ ਪਸ਼ੂ ਰੱਖਦੇ ਨੇ, ਉਹਨਾਂ ਦੇ ਨਾਲ ਦੁੱਧ ਘਿਓ ਜਿਹੜਾ ਉਹ ਤਿਆਰ ਕਰਦੇ ਨੇ, ਪਰ ਪੁਰਾਣੇ ਸਮੇਂ ਅੰਦਰ ਇਹ ਵੈਸ਼ਾਂ ਦਾ ਕੰਮ ਸੀ, ਵਪਾਰ ਕਰਨਾ, ਪਸ਼ੂ ਰੱਖਣੇ ਆਦਿਕ। ਗੁਰਦੇਵ ਆਖਦੇ ਕਿ ਘੇ ਪਟ ਕਿਹਾ ਜਾਂਦਾ ਰੇਸ਼ਮ ਨੂੰ। ਰੇਸ਼ਮ ਕਿੱਥੋਂ ਨਿਕਲਦਾ ਹੈ? ਕੀੜੇ ਦੇ ਵਿੱਚੋਂ ਨਿਕਲਦਾ ਹੈ, ਪਰ ਰੇਸ਼ਮ ਦੀ ਕੋਈ ਭ੍ਰਿਸ਼ਟ ਨਹੀਂ ਹੈ। ਘੇ ਪਟ ਭਾਂਡਾ, ਭਾਂਡਾ ਜਿਹੜਾ ਹੈ ਘਿਓ ਦਾ ਭਾਂਡਾ। ਆਪ ਦੇ ਗਿਆਤ ਵਸੇ ਦੱਸਦੇ ਹਾਂ, ਅੱਜ ਤੇ ਅਸੀਂ ਸਟੀਲ ਦੇ ਬਰਤਨਾਂ ਅੰਦਰ, ਕੱਚ ਦੇ ਭਾਂਡਿਆਂ ਅੰਦਰ ਘਿਓ ਨੂੰ ਸੰਭਾਲ ਕੇ ਰੱਖਦੇ ਹਾਂ, ਪਰ ਪੁਰਾਣੇ ਸਮੇਂ ਅੰਦਰ ਘਿਓ ਨੂੰ ਚਮੜੇ ਦੇ ਵਿੱਚ ਰੱਖਿਆ ਜਾਂਦਾ ਸੀ। ਘਿਓ ਨੂੰ ਕੱਢ ਕੇ ਚਮੜੇ ਦਾ ਇੱਕ ਬਰਤਨ ਬਣਿਆ ਹੁੰਦਾ ਸੀ, ਉਸ ਦੇ ਵਿੱਚ ਰੱਖ ਕੇ ਇਹਦਾ ਵਪਾਰ ਕੀਤਾ ਜਾਂਦਾ ਸੀ। ਪਰ ਉਸ ਚਮੜੇ ਨੂੰ, ਜੋ ਇੱਕ ਜਾਨਵਰ ਦੇ ਰਾਹੀਂ ਚਮੜਾ ਤਿਆਰ ਹੋਇਆ ਹੈ, ਉਸ ਚਮੜੇ ਦਾ ਪਰਹੇਜ਼ ਨਹੀਂ ਕੀਤਾ ਜਾਂਦਾ। ਗੁਰਦੇਵ ਆਖਦੇ ਕਿ ਉਸ ਚਮੜੇ ਦੇ ਨਾਲ ਵੀ ਭ੍ਰਿਸ਼ਟ ਨਹੀਂ ਕੀਤੀ ਜਾਂਦੀ। ਹੁਣ ਜਿਵੇਂ ਕਿ ਧਾਰਮਿਕ ਸਥਾਨਾਂ ਦੇ ਵਿੱਚ ਪਸ਼ੂ ਅਲਾਊ ਨਹੀਂ ਨੇ, ਨਾ ਹੀ ਉਹਨਾਂ ਦਾ ਚੰਮ ਅਲਾਊ ਹੈ, ਪਰ ਜਿਹੜਾ ਅੱਜ ਤਬਲਾ ਵੱਜਦਾ ਹੈ, ਤਬਲੇ ਦੇ ਉੱਪਰ ਜੋ ਮੜਿਆ ਹੋਇਆ ਹੈ ਉਹ ਚਮੜਾ ਹੀ ਹੈ। ਜਿਹਦੇ ਸੰਗੀਤ ਗਾਇਆ ਜਾਂਦਾ ਹੈ, ਰੱਬੀ ਇਬਾਦਤ ਕੀਤੀ ਜਾਂਦੀ ਹੈ, ਉਹ ਚਮੜੇ ਦਾ ਹੀ ਰੂਪ ਹੈ। ਗੁਰਦੇਵ ਆਖਦੇ ਕਿ ਘੇ ਪਟ ਭਾਂਡਾ ਕਹਿ ਨਾ ਕੋਏ, ਐਸਾ ਭਗਤ ਵਰਨ ਮੈਂ ਹੋਏ। ਇਸੇ ਤਰ੍ਹਾਂ ਭਗਤ ਦਾ ਵੀ ਕੋਈ ਵਰਨ ਨਹੀਂ ਹੈ। ਭਗਤ ਮਾਲਕ ਦੀ ਉਸਤਤ ਕਰਕੇ ਪਰਮਾਤਮਾ ਵਰਗਾ ਹੋ ਜਾਂਦਾ ਹੈ, ਰੱਬ ਦਾ ਰੂਪ ਬਣ ਜਾਂਦਾ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਤਾਂ ਹੀ ਬਾਣੀ ਅੰਦਰ ਆਖਿਆ ਕਿ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। 5 ਭਗਤਾਂ ਦਾ ਜ਼ਿਕਰ ਕੀਤਾ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਨੇ, ਕਿ ਜਿਸ ਨਾਮ ਦੇ ਨੂੰ ਲੋਕੀ ਛੀਬਾ ਆਖਦੇ ਨੇ, ਜਿਹਦਾ ਕੰਮ ਜਿਹੜਾ ਹੈ ਕੱਪੜੇ ਰੰਗਣਾ ਹੈ। ਸਤਿਗੁਰ ਦੇ ਬਚਨ ਨੇ ਕਿ ਗੋਬਿੰਦ 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 ਸੰਗ ਨਾਮ ਦੇਹੋ ਮਨ ਲੀਣਾ। ਨਾਮਦੇਵ ਦਾ ਮਨ ਪਰਮਾਤਮਾ ਦੇ ਨਾਲ ਲੀਨ ਹੋ ਗਿਆ ਤੇ ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ। ਅੱਧੀ ਕੋਡੀ ਦਾ ਉਹ ਛੀਪਾ ਹੋਇਓ ਲਾਖੀਣਾ। ਬੁੰਨਾ ਤਿਆਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ। ਕਬੀਰ ਜੀ ਦਾ ਜੋ ਕਰਮ ਹੈ ਉਹ ਧਾਗਿਆਂ ਨੂੰ ਬੁਣਨਾ ਹੈ, ਬਸਤਰ ਤਿਆਰ ਕਰਨਾ ਹੈ। ਪਰ ਕਬੀਰ ਸਾਹਿਬ ਦੀ ਵੀ ਉਸਤਤ ਹੋਈ, ਬੁੰਨਾ ਤੰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ। ਨੀਚ ਕੁਲਾ ਜੁਲਾਹਰੋ ਭਇਓ ਗੁਨੀ ਗਈ ਹੀਰਾ। ਨੀਚ ਕੁਲ ਦੇ ਵਿੱਚ ਉਹਨਾਂ ਦੇ ਧਰਮ ਦੇ ਮੁਤਾਬਕ ਨੀਚ ਕੁਲ ਦੇ ਸਨ, ਪਰ ਉਹ ਗੁਣਾਂ ਦੀ ਖਾਨ ਬਣ ਗਏ। ਰਵਿਦਾਸ ਢਵੰਤਾ ਢੋਰ ਨੀਤ। ਰਵਿਦਾਸ ਜੀ ਪਸ਼ੂਆਂ ਨੂੰ ਢੋਂਦੇ ਸਨ, ਪਸ਼ੂਆਂ ਦੀ ਖਲ ਦੇ ਨਾਲ, ਚਮੜੇ ਨਾਲ ਜੋੜੇ ਬਣਾਇਆ ਕਰਦੇ ਸਨ। ਤਿੰਨ ਤਿਆਗੀ ਮਾਇਆ ਪ੍ਰਗਟ ਹੋਆ, ਸਾਧ ਸੰਘ ਹਰ ਦਰਸ਼ਨ ਪਾਇਆ। ਸੈਣ ਨਾਈ ਬੁਤਕਾਰੀਆ। ਸੈਣ ਜੀ ਨਾਈ ਸਨ, ਉਹ ਬੁੱਤੀਆਂ ਭਰਦੇ ਸਨ। ਹਿਰਦੈ ਵਸਿਆ ਪਾਰਨ ਭਗਤਾ ਮੈਂ ਗਣਿਆ। ਇਹ ਬਿਦ ਸੁਣ ਕੇ ਜਾਟਰੋ ਉਠ ਭਗਤੀ ਲਾਗਾ। ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਮਾਲਕ ਦੀ ਉਸਤਤ ਸਿਫਤ ਸਲਾਹ ਕਰਕੇ ਭਗਤ ਧੰਨਾ ਜੀ ਵੀ ਪਰਮਾਤਮਾ ਦਾ ਰੂਪ ਹੋ ਗਏ। ਮਿਲੇ ਪ੍ਰਤੱਖ ਗੁਸਾਈਆਂ, ਪ੍ਰਤੱਖ ਹਰੀ ਦੇ ਮਾਲਕ ਦੇ ਦਰਸ਼ਨ ਹੋਏ। ਇਹਨਾਂ ਸਾਰੇ ਭਗਤਾਂ ਦਾ ਜ਼ਿਕਰ ਕਰਕੇ ਗੁਰੂ ਪਾਤਸ਼ਾਹ ਆਖਦੇ ਨੇ ਕਿ ਭਗਤ ਦੀ ਕੋਈ ਵਰ ਨਹੀਂ ਹੈ, ਔਰ ਭਗਤ ਕੇਵਲ ਰੱਬ ਦੇ ਭਰੋਸੇ ਦੇ ਉੱਪਰ ਰੱਬੀ ਸਿਫਤ ਸਲਾਹ ਦੇ ਜਿੰਦੇ ਨੇ। ਓਸ਼ੋ ਨੇ ਬੜੀ ਪਿਆਰੀ ਗੱਲ ਲਿਖੀ ਹੈ। ਉਹ ਆਖਦੇ ਕਿ ਸੰਸਾਰ ਦੇ ਅੰਦਰ ਜਿਤਨੇ ਵੀ ਦੇਵੀ ਦੇਵਤੇ ਨੇ, ਜਿਤਨੇ ਵੀ ਅਵਤਾਰੀ ਪੁਰਸ਼ ਨੇ, ਜਿਤਨੇ ਵੀ ਮਹਾਂਪੁਰਸ਼ ਨੇ, ਉਹ ਮੁਬਾਰਕ ਨੇ, ਸਤਿਕਾਰਯੋਗ ਨੇ। ਹਰ ਇੱਕ ਧਰਮ ਦੇ ਜੋ ਆਗੂ ਨੇ, ਹਰ ਇੱਕ ਧਰਮ ਦੇ ਜੋ
ਅਵਤਾਰੀ ਪੁਰਸ਼ ਨੇ। ਪਰ ਅੱਗੇ ਜਾ ਕੇ ਓਸ਼ੋ ਗੱਲ ਲਿਖਦਾ ਹੈ, ਕਹਿੰਦੇ ਕਿ ਜਿਵੇਂ ਕਈ ਭਗਤ ਐਸੇ ਨੇ ਜਿਨ੍ਹਾਂ ਦਾ ਸੰਸਾਰ ਦੇ ਜਨਮ ਹੋਇਆ ਉਹ ਇੱਕ ਬਾਗ ਦੇ ਫੁੱਲ ਦੇ ਸਮਾਨ ਨੇ, ਔਰ ਕਈ ਭਗਤ ਐਸੇ ਨੇ ਜੋ ਜੰਗਲ ਦੇ ਵਿੱਚ ਖਿੜੇ ਹੋਏ ਫੁੱਲ ਦੇ ਸਮਾਨ ਨੇ। ਪੁੱਛਿਆ ਕਿ ਇਹ ਦੋ ਤਰ੍ਹਾਂ ਦੇ ਫੁੱਲ ਕਿਉਂ? ਓਸ਼ੋ ਕਹਿੰਦਾ ਹੈ ਕਿ ਮਹਾਤਮਾ ਬੁੱਧ ਜੀ ਉਹਨਾਂ ਨੇ ਸੰਸਾਰ ਨੂੰ ਸੋਹਣੇ ਉਪਦੇਸ਼ ਦਿੱਤੇ, ਨਮਸਕਾਰ ਹੈ। ਮਹਾਵੀਰ ਜੈਨ ਜੀ ਕਹਿੰਦੇ ਕਿ ਉਹਨਾਂ ਨੇ ਸੱਚ ਦਾ ਸੁਨੇਹਾ ਦਿੱਤਾ, ਪਰ ਜੇ ਪਿਛੋਕੜ ਦੇਖਿਆ ਜਾਏ ਇਹਨਾਂ ਦਾ ਤੇ ਇਹ ਰਾਜੇ ਨੇ। ਇਹਨਾਂ ਨੇ ਦੁਨੀਆ ਦੇ ਸਾਰੇ ਸੁੱਖ ਹੰਡਾਏ ਨੇ। ਇਹਨਾਂ ਨੇ ਪਰਮਾਤਮਾ ਦੀ ਭਗਤੀ ਕਰਕੇ ਇਹ ਰੱਬ ਦੇ ਘਰ ਦੇ ਵਿੱਚ ਇਹ ਫੁੱਲ ਦੀ ਤਰ੍ਹਾਂ ਨੇ, ਕੋਈ ਸ਼ੱਕ ਨਹੀਂ ਹੈ। ਪਰ ਇਹ ਉਹ ਭਗਤ ਨੇ ਜਿਹੜੇ ਕਿ ਇੱਕ ਬਾਗ ਦੇ ਵਿੱਚ ਖਿੜੇ ਹੋਏ ਫੁੱਲਾਂ ਦੇ ਤੁਲ ਨੇ, ਤੇ ਦੂਸਰੇ ਪਾਸੇ ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਇਹ ਸਾਰੇ ਉਹ ਭਗਤ ਨੇ ਜੋ ਜੰਗਲ ਦੇ ਅੰਦਰ ਖਿੜੇ ਹੋਏ ਫੁੱਲ ਨੇ। ਖੁਸ਼ਬੂ ਤੇ ਇਹ ਵੀ ਦੇ ਰਹੇ ਨੇ, ਪਰ ਜੀਵਨ ਅੰਦਰ ਬੜਾ ਸੰਘਰਸ਼ ਕਰਨਾ ਪਿਆ ਇਹਨਾਂ ਨੂੰ। ਸੰਸਾਰ ਨਹੀਂ ਵੀ ਲਤਾੜਿਆ ਇਹਨਾਂ ਨੂੰ, ਧਰਮ ਨਹੀਂ ਵੀ ਲਤਾੜਿਆ, ਪਰ ਸਾਰੀਆਂ ਬੰਦਿਸ਼ਾਂ ਨੂੰ ਤੋੜ ਕੇ ਆਪਣੀ ਖੁਸ਼ਬੂ ਸੰਸਾਰ ਵਿੱਚ ਇਹਨਾਂ ਨੇ ਆਪਣੀ ਦਿੱਤੀ ਹੈ, ਆਪਣੀ ਮਹਿਕ ਇਹਨਾਂ ਨੇ ਦਿੱਤੀ ਹੈ। ਗੁਰੂ ਪਾਤਸ਼ਾਹ ਨੇ ਬਾਣੀ ਅੰਦਰ ਰਹਿਮਤ ਕੀਤੀ। ਮਹਾਰਾਜ ਆਖਦੇ ਕਿ ਪੰਡਿਤ ਸੂਰ ਛਤਰਪਤ ਰਾਜਾ। ਪੰਡਿਤ ਤੋਂ ਭਾਵ ਜੋ ਪੰਡਿਤ ਨੇ, ਭਾਵ ਕਿ ਸਿਆਣੇ ਵਿਦਵਾਨ ਨੇ। ਪੰਡਿਤ ਸੂਰ, ਸੂਰ ਤੋਂ ਭਾਵ ਸੂਰਮੇ ਯੋਧੇ। ਛਤਰਪਤ ਰਾਜਾ, ਛਤਰਪਤੀ ਰਾਜਾ, ਜਿਸ ਦਾ ਰਾਜ ਦਾ ਸਾਰੇ ਸੰਸਾਰ ਦੇ ਅੰਦਰ ਛਤਰ ਝੂਲਦਾ ਹੋਏ। ਭਗਤ ਬਰਾਬਰ ਅਵਰ ਨਾ ਕੋਈ। ਕਹਿੰਦੇ ਕਿ ਭਗਤਾਂ ਦੇ ਬਰਾਬਰ ਕੋਈ ਨਹੀਂ ਹੈ। ਭਾਵੇਂ ਸੰਸਾਰ ਦੇ ਅੰਦਰ ਭਾਵੇਂ ਕੋਈ ਵੱਡੇ ਤੋਂ ਵੱਡਾ ਵਿਦਵਾਨ ਹੈ, ਭਾਵੇਂ ਕੋਈ ਛਤਰਪਤੀ ਰਾਜਾ ਹੈ, ਤੇ ਭਾਵੇਂ ਉਹ ਆਖਦੇ ਨੇ ਕੋਈ ਸੂਰਮਾ ਹੈ, ਇਹਨਾਂ ਦੀ ਸਰੋਏ ਕਿਤਨੇ ਕੁ ਦਿਨ ਹੈ। ਪਰ ਕਬੀਰ ਸਾਹਿਬ ਜੀ, ਰਵਿਦਾਸ ਜੀ, ਨਾਮਦੇਵ ਜੀ ਰਹਿੰਦੀ ਦੁਨੀਆ ਤੱਕ ਇਹਨਾਂ ਭਗਤਾਂ ਦੇ ਉਪਦੇਸ਼ ਰਾਹੀਂ ਲੋਕਾਂ ਦਾ ਉਧਾਰ ਹੋਏਗਾ। ਸੱਚ ਦਾ ਸੁਨੇਹਾ ਲੈ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਉਣਗੇ। ਭਗਤ ਬਰਾਬਰ ਅਵਰ ਨਾ ਕੋਈ। ਇਹ ਉਹ ਭਗਤਾਂ ਦਾ ਜੀਵਨ ਹੈ। ਸਤਿਗੁਰੂ ਮਹਾਰਾਜ ਕਬੀਰ ਸਾਹਿਬ ਨੇ ਆਪਣੀ ਬਾਣੀ ਅੰਦਰ ਰਹਿਮਤ ਕੀਤੀ। ਉਹ ਆਖਣ ਲੱਗੇ, ਪੰਡਿਤ ਨੇ ਲੋਕਾਂ ਨੂੰ ਭਰਮ ਦੇ ਅੰਦਰ ਪਾਇਆ ਕਿ ਪੰਡਿਆ ਕਵਨ ਕੁਮਾ ਤੁਮ ਲਾਗੇ, ਬੂਢੋ ਕੇ ਪਰਿਵਾਰ ਸਕਲ ਸਿਓ ਰਾਮ ਨਾ ਜਪੋ ਅਭਾਗੇ, ਕਿ ਰਾਮ ਨੂੰ ਜਪ। ਬੜੀ ਪਿਆਰੀ ਗੱਲ ਲਿਖੀ ਹੈ ਕਬੀਰ ਸਾਹਿਬ ਨੇ। ਉਹ ਆਖਦੇ ਕਿ ਜੇ ਸੰਸਾਰ ਦੇ ਅੰਦਰ ਕੋਈ ਜੀਵਾਂ ਦੀ ਹੱਤਿਆ ਕਰਦੇ ਤੇ ਲੋਕ ਬੜਾ ਉਸ ਨੂੰ ਨਿੰਦਦੇ ਨੇ, ਬੜਾ ਮਾੜਾ ਕਹਿੰਦੇ ਨੇ। ਇੱਥੋਂ ਤੱਕ ਕਿ ਧਾਰਮਿਕ ਸਥਾਨਾਂ ਵਿੱਚ ਵੀ ਉਹਨਾਂ ਨੂੰ ਆਣ ਨਹੀਂ ਦਿੰਦੇ, ਕਸਾਈ ਕਹਿੰਦੇ ਨੇ ਉਹਨਾਂ ਨੂੰ। ਪਰ ਪੰਡਤ ਨੇ ਕੀ ਕੀਤਾ ਕਿ ਧਰਮ ਦੇ ਨਾਮ ਦੇ ਉੱਪਰ ਜੀਆਂ ਦਾ ਵੱਧ ਤੇ ਉਹ ਵੀ ਕਰਦਾ ਰਿਹਾ, ਪਰ ਉਸ ਨੂੰ ਧਰਮ ਦਾ ਨਾਮ ਦੇ ਦਿੱਤਾ। ਜਿਵੇਂ ਕਈ ਥਾਵਾਂ ਦੇ ਉੱਪਰ ਪਸ਼ੂਆਂ ਦੀ ਬਲੀ ਦਿੱਤੀ ਜਾਂਦੀ ਹੈ, ਪਰ ਉਸ ਨੂੰ ਧਰਮ ਦਾ ਨਾਮ ਦੇ ਕੇ ਉਸ ਨੂੰ ਧਰਮ ਕਹਿ ਦਿੱਤਾ। ਪਰ ਜੇ ਕੋਈ ਵੈਸੇ ਜੀਆਂ ਦਾ ਵੱਧ ਕਰਦਾ ਹੈ ਤੇ ਉਸ ਨੂੰ ਅਧਰਮੀ ਕਿਹਾ, ਉਸ ਨੂੰ ਕਸਾਈ ਕਿਹਾ। ਬਾਣੀ ਦੇ ਪਾਵਨ ਬਚਨ ਨੇ ਕਬੀਰ ਸਾਹਿਬ ਆਖਦੇ ਨੇ ਕਿ ਜੀ ਬੱਧੋ, ਜੀਆਂ ਦਾ ਵੱਧ ਕਰਦੇ ਹੋ ਸੋ ਧਰਮ ਕਰ ਥਾਪੋ। ਉਸ ਨੂੰ ਧਰਮ ਦਾ ਨਾਮ, ਉਸ ਨੂੰ ਬਲੀ ਦਾ ਨਾਮ ਦੇ ਦਿੱਤਾ ਕਿ ਇਹ ਦੇਵਤਿਆਂ ਦੇ ਨਾਮ ਦੇ ਉੱਪਰ, ਭਗਵਾਨ ਦੇ ਨਾਮ ਦੇ ਉੱਪਰ ਬਲੀ ਦਿੱਤੀ ਜਾ ਰਹੀ ਹੈ। ਕਬੀਰ ਸਾਹਿਬ ਆਖਦੇ ਨੇ ਕਿ ਜੀ ਬੱਧ ਹੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ। ਫਿਰ ਅਧਰਮ ਕਿਸ ਨੂੰ ਕਹੋਗੇ? ਤੇ ਸਿਆਣੇ ਇਤਨੇ ਸੀ ਕਿ ਆਪਸ ਕੋ ਮਨਵਰ ਕਰ ਥਾਪੋ। ਜੀਆਂ ਦੀ ਬਲੀ ਦੇ ਕੇ ਵੀ ਆਪਣੇ ਆਪ ਨੂੰ ਮੁਨਿਵਰ ਅਖਵਾਉਂਦੇ ਨੇ, ਆਪਣੇ ਆਪ ਨੂੰ ਰਿਸ਼ੀ ਅਖਵਾਉਂਦੇ ਨੇ, ਆਪਣੇ ਆਪ ਨੂੰ ਸਿਆਣੇ ਅਖਵਾਉਂਦੇ ਨੇ, ਪੰਡਿਤ ਅਖਵਾਉਂਦੇ ਨੇ। ਆਖਦੇ ਕਿ ਕਾਕੂ ਕਹੋ ਕਸਾਈ, ਫਿਰ ਕਸਾਈ ਕਿਸ ਨੂੰ ਕਹੋਗੇ? ਤੇ ਇਹ ਭਰਮ ਜਿਹੜਾ ਹੈ ਉਹ ਹਰ ਇੱਕ ਥਾਵਾਂ ਦੇ ਉੱਪਰ ਆ ਗਿਆ। ਹੁਣ ਭਾਵੇਂ ਹਜੂਰ ਸਾਹਿਬ ਵੀ ਚਲੇ ਜਾਓ, ਉੱਥੇ ਵੀ ਬੱਕਰੇ ਦੀ ਬਲੀ ਦਿੱਤੀ ਜਾਂਦੀ ਹੈ। ਕਬੀਰ ਸਾਹਿਬ ਨੇ ਇਹ ਸੱਚ ਦਾ ਸੁਨੇਹਾ ਦਿੱਤਾ। ਆਖਣ ਲੱਗੇ ਕਿ ਜੀ ਬੱਧੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ। ਆਪਸ ਕੋ ਮੁਨਵਰ ਕਰ ਥਾਪੋ, ਕਾਕੋ ਕਹੋ ਕਸਾਈ, ਫਿਰ ਕਸਾਈ ਕਿਸ ਨੂੰ ਕਹੋਗੇ? ਰਵਿਦਾਸ ਜੀ ਨੇ
ਪਾਵਨ ਬਾਣੀ ਅੰਦਰ ਰਹਿਮਤ ਕੀਤੀ। ਆਖਣ ਲੱਗੇ ਜਿਵੇਂ ਯੂਪੀ ਦੇ ਇਲਾਕੇ ਦੇ ਵਿੱਚ ਇੱਕ ਤਾੜੀ ਦਾ ਵਰਕਸ਼ ਹੁੰਦਾ ਹੈ, ਉਸ ਤਾੜੀ ਦੇ ਦਰਖਤ ਦੇ ਵਿੱਚੋਂ ਜੋ ਰਸ ਨਿਕਲਦਾ ਹੈ ਉਹਦੇ ਨਾਲ ਨਸ਼ਾ ਤਿਆਰ ਹੁੰਦਾ ਹੈ, ਪਰ ਉਸੇ ਦਰਖਤ ਦੇ ਨਾਲ ਜੋ ਕਾਗਜ਼ ਵੀ ਬਣਦਾ ਹੈ, ਜਦੋਂ ਉਸ ਕਾਗਜ਼ ਦੇ ਉੱਪਰ ਬਾਣੀ ਲਿਖੀ ਜਾਏ, ਉਪਦੇਸ਼ ਲਿਖੇ ਜਾਣ, ਧਾਰਮਿਕ ਗ੍ਰੰਥਾਂ ਦੇ ਉਪਦੇਸ਼ਾਂ ਲਿਖਿਆ ਜਾਂਦਾ ਹੈ, ਲੋਕੀ ਨਮਸਕਾਰ ਕਰਦੇ ਨੇ। ਰਵਿਦਾਸ ਜੀ ਆਖਦੇ ਨੇ ਕਿ ਮੇਰਾ ਜੀਵਨ ਭਾਵੇਂ ਇੱਕ ਤਾੜੀ ਦੇ ਦਰਖਤ ਦੀ ਤਰ੍ਹਾਂ ਹੈ। ਜਿਵੇਂ ਤਾੜੀ ਦੇ ਦਰਖਤ ਦੀ ਲੋਕ ਬੜੀ ਨਿੰਦਿਆ ਕਰਦੇ ਨੇ ਕਿਉਂਕਿ ਉਹਦੇ ਵਿੱਚੋਂ ਨਸ਼ਾ ਪੈਦਾ ਹੁੰਦਾ ਹੈ, ਕਿਉਂਕਿ ਯਾਦ ਕਰਕੇ ਰਵਿਦਾਸ ਜੀ ਚਮਾਰ ਸਨ। ਕਹਿੰਦੇ ਕਿ ਭਾਵੇਂ ਮੇਰਾ ਜੀਵਨ ਜਿਹੜਾ ਹੈ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਤਾੜੀ ਦੀ ਦਰਖਤ ਦੀ ਤਰ੍ਹਾਂ ਹੈ, ਪਰ ਜਦੋਂ ਪਰਮਾਤਮਾ ਦਾ ਨਾਮ ਇਸ ਦਰਖਤ ਦੇ ਉੱਪਰ ਲਿਖ ਲਿਆ ਤੇ ਇੱਕ ਕਾਗਜ਼ ਬਣ ਕੇ ਸੰਸਾਰ ਦੇ ਪੂਜਣਯੋਗ ਹੋ ਗਿਆ। ਜਿਨ੍ਹਾਂ ਭਗਤਾਂ ਨੇ ਆਪਣੇ ਹਿਰਦੇ ਅੰਦਰ ਪਰਮਾਤਮਾ ਦੀ ਸਿਫਤ ਸਲਾਹ ਲਿਖ ਲਈ, ਮਾਲਕ ਦੀ ਉਸਤਤ ਲਿਖ ਲਈ, ਰਹਿੰਦੀ ਦੁਨੀਆ ਤੱਕ ਉਹਨਾਂ ਦੇ ਹਿਰਦੇ ਅੰਦਰ ਨਾਮ ਲਿਖਿਆ ਹੋਇਆ, ਪਰਮਾਤਮਾ ਦੇ ਘਰ ਉਹ ਭਗਤ ਪ੍ਰਵਾਨ ਹੋ ਗਏ। ਬਾਬਾ ਫਰੀਦ ਸਾਹਿਬ ਨੇ ਰਹਿਮਤ ਕੀਤੀ, ਮਤ ਹੁੰਦੀ ਹੋਏ ਇਹ ਆਣਾ ਕਿ ਮਤ ਹੈ ਪਰ ਇਆਣਿਆਂ ਵਾਲਾ ਜੀਵਨ ਬਤੀਤ ਕਰਦਾ ਹੈ, ਜਿਸ ਨੂੰ ਗੁਰਦੇਵ ਆਖਦੇ ਨੇ ਕਿ ਸੰਤ ਮਿਲੇ ਕਿਛ ਸੁਣੀਏ ਕਹੀਏ, ਮਿਲੇ ਅਸੰਤ ਮਸ਼ਟ ਕਰ ਰਹੀ ਹੈ। ਜੇ ਸੰਤ ਮਿਲੇ, ਕੋਈ ਗੁਰਮੁਖ ਮਿਲੇ, ਉਹਨਾਂ ਦੇ ਨਾਲ ਵਿਚਾਰ ਕਰਨੀ, ਮਿਲੇ ਅਸੰਤ ਮਸ਼ਟ ਕਰ ਰਹੀ ਹੈ। ਜੇ ਅਸੰਤ ਮਿਲ ਜਾਏ ਜੋ ਬਿਨਾਂ ਗੱਲਾਂ ਤੋਂ ਝਗੜਾ ਕਰੇ, ਉਹਦੇ ਨਾਲ ਫਿਰ ਮਸ਼ਟ ਕਰਕੇ ਚੁੱਪ ਰਹਿਣਾ ਹੀ ਭਲਾ ਹੈ। ਸਤਿਗੁਰ ਮਹਾਰਾਜ ਆਖਦੇ ਨੇ ਕਿਸ ਮਤ ਦਾ ਹੰਕਾਰ ਨਾ ਕਰ। ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਜੇ ਮਾਲਕ ਨੇ ਬਰੀਕ ਬੁੱਧੀ ਦਿੱਤੀ ਹੈ, ਸੋਝੀ ਦਿੱਤੀ ਹੈ, ਗਿਆਨ ਦਿੱਤਾ ਹੈ ਨਾ, ਫਿਰ ਕਾਲੇ ਲਿਖ ਨਾ ਲਿਖੀ, ਕਿਸੇ ਦੇ ਨਾਲ ਧੱਕਾ ਨਾ ਕਰੀ, ਇਸ ਮਤ ਦੇ ਨਾਲ ਲੋਕਾਂ ਦਾ ਭਲਾ ਕਰੇ, ਲੋਕਾਈ ਲਈ, ਖਲਕਤ ਲਈ ਪਿਆਰ ਤੇਰੇ ਹਿਰਦੇ ਅੰਦਰ ਪੈਦਾ ਹੋਏ, ਮਤ ਹੁੰਦੀ ਹੋਏ ਇਆਣਕ। ਛੋਟੀ ਜੀ ਆਪ ਦੇ ਨਾਲ ਸਾਖੀ ਰੱਖ ਕੇ ਸਮਾਪਤੀ ਵੱਲ ਹੋਵਾਂ। ਕੈਂਥਲ ਦੀ ਧਰਤੀ ਪਰ ਰਾਜਾ ਉਦੇ ਸਿੰਘ, ਉਹਨਾਂ ਦੇ ਕੋਲ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ, ਉਹ ਕਥਾ ਕਰਿਆ ਕਰਦੇ ਸਨ, ਵਿਦਵਾਨ ਸਨ। ਇੱਕ ਪ੍ਰੋਹਿਤ ਆ ਗਿਆ ਤੇ ਪ੍ਰੋਹਿਤ ਨੇ ਆ ਕੇ ਰਾਜਾ ਉਦੇ ਸਿੰਘ ਨੂੰ ਬੇਨਤੀ ਕੀਤੀ ਕਿ ਮੈਂ ਤੁਹਾਡੇ ਸਿੱਖ ਵਿਦਵਾਨ ਦੇ ਨਾਲ ਵਿਚਾਰਾਂ ਕਰਨੀਆਂ ਨੇ। ਭਾਈ ਸੰਤੋਖ ਸਿੰਘ ਜੀ ਨੂੰ ਪਤਾ ਲੱਗਾ, ਉਹਨਾਂ ਨੇ ਰਾਤ ਨੂੰ ਜਾ ਕੇ ਉਸ ਪ੍ਰੋਹਿਤ ਨੂੰ, ਪੰਡਿਤ ਨੂੰ, ਵਿਦਵਾਨ ਨੂੰ ਮਿਲੇ। ਆਪਣੇ ਹੱਥਾਂ ਦੇ ਸੋਨੇ ਦੇ ਕੰਗਣ ਪਾਏ ਹੋਏ ਸਨ, ਉਹ ਦੋਵੇਂ ਕੰਗਣ ਦਿੱਤੇ। 25 ਰੁਪਏ ਉਸ ਵੇਲੇ ਦੀ ਜੋ ਭੇਟਾ ਹੈ ਉਹ ਦਿੱਤੀ। ਇੱਕ ਸੁੰਦਰ ਦੁਸਾਲਾ ਦਿੱਤਾ, ਕਹਿਣ ਲੱਗਾ ਮੇਰੀ ਭੇਟਾ ਪ੍ਰਵਾਨ ਕਰੋ, ਕੱਲ ਅਸੀਂ ਵਿਚਾਰ ਨਹੀਂ ਕਰਾਂਗੇ। ਤੁਸੀਂ ਜਿੱਤੇ ਹੋਏ ਹੋ, ਮੈਂ ਮੰਨ ਲਿਆ ਤੁਸੀਂ ਜਿੱਤੇ ਹੋਏ ਹੋ, ਵਿਚਾਰ ਨਹੀਂ ਕਰਾਂਗੇ। ਉਸ ਪ੍ਰੋਹਿਤ ਨੇ ਰਾਜੇ ਉਦੇ ਸਿੰਘ ਨੂੰ ਕਿਹਾ ਭਈ ਤੁਸੀਂ ਵਿਦਵਾਨ ਰੱਖਿਆ, ਉਹ ਤੇ ਰਾਤੀ ਮੇਰੇ ਕੋਲ ਹਾਰ ਕੇ ਆ ਗਏ ਆ। ਰਾਜੇ ਉਦੇ ਸਿੰਘ ਨੂੰ ਪਤਾ ਲੱਗਾ, ਉਹਨਾਂ ਨੇ ਪੁੱਛਿਆ ਭਾਈ ਸੰਤੋਖ ਸਿੰਘ ਨੂੰ, ਕਹਿਣ ਲੱਗੇ ਮੈਂ ਨਹੀਂ ਸੀ ਕਰਨਾ ਚਾਹੁੰਦਾ ਵਿਚਾਰ, ਪਰ ਚਲੋ ਜੋ ਹੁਣ ਆ ਕੇ ਉਹਨਾਂ ਨੇ ਦੱਸ ਦਿੱਤਾ ਵਿਚਾਰ ਹੋਏਗੀ। ਲੋਕੀ ਇਕੱਠੇ ਹੋਏ ਦਰਬਾਰ ਦੇ ਅੰਦਰ। ਇੱਕ ਪਾਸੇ ਉਹ ਪ੍ਰੋਹਿਤ ਹੈ, ਪੰਡਿਤ ਹੈ, ਦੂਸਰੇ ਪਾਸੇ ਭਾਈ ਸੰਤੋਖ ਸਿੰਘ ਜੀ ਨੇ। ਸੰਤੋਖ ਸਿੰਘ ਨੇ 10 ਮਿੰਟਾਂ ਅੰਦਰ ਹੀ ਬੇਉੱਤਰ ਕਰ ਦਿੱਤਾ। ਪੁਰੋਹਿਤ ਨੇ ਆਪਣੀ ਹਾਰ ਮੰਨ ਲਈ। ਉਹਨੇ ਸਵਾਲ ਕੀਤਾ, हे ਗੁਰੂ ਕੇ ਸਿੱਖ, ਵਿਦਵਾਨ ਦੂਸਰੇ ਬੰਦੇ ਦੇ ਬਚਨਾਂ ਨੂੰ ਸੁਣ ਕੇ ਜਾਣ ਜਾਂਦਾ ਹੈ ਕਿ ਕਿਤਨੇ ਪਾਣੀ ਦੇ ਵਿੱਚ ਹੈ, ਪਰ ਤੁਸੀਂ ਰਾਤ ਨੂੰ ਹੀ ਕਿਹਾ ਮੈਂ ਵਿਚਾਰ ਨਹੀਂ ਕਰਨਾ ਚਾਹੁੰਦਾ, ਕਾਰਨ ਕੀ ਹੈ? ਉਹ ਕਹਿਣ ਲੱਗਾ ਵਿਦਵਾਨ ਬਾਅਦ ਵਿੱਚ ਹਾਂ, ਮੈਂ ਪਹਿਲੇ ਗੁਰੂ ਦਾ ਸਿੱਖ ਹਾਂ। ਮੈਂ ਨਹੀਂ ਚਾਹੁੰਦਾ ਕਿ ਕਿਸੇ ਦੀ ਬੇਪਤੀ ਹੋਏ। ਜੇ ਰੱਬ ਨੇ ਅਕਲ ਦਿੱਤੀ ਹੈ, ਮਤ ਦਿੱਤੀ ਹੈ, ਤੇ ਉਸ ਮਤ ਦਾ ਹੰਕਾਰ ਨਾ ਕਰ। ਮਤ ਹੁੰਦੀ ਹੋਏ ਇਆਣਾ, ਤਾਣ ਹੁੰਦਾ ਹੋਏ ਨਿਤਾਣਾ। ਤਾਣ ਹੈ, ਬਲ ਹੈ, ਤੇ ਉਹਦਾ ਹੰਕਾਰ ਨਹੀਂ। ਜੇ ਅਹਿਮਨਾਬਾਦ ਦੀ ਧਰਤੀ ਉੱਪਰ ਮਲਕ ਭਾਗੋ ਲੋਕਾਂ ਦੇ ਉੱਪਰ ਧੱਕਾ ਕਰ ਰਿਹਾ ਹੈ। ਬਾਬੇ ਨਾਨਕ ਨੇ ਆਖਿਆ ਕਿ ਤੂੰ ਲੋਕਾਂ ਦਾ ਲਹੂ ਪੀ ਰਹੇ ਹੈ, ਇਹ ਧੱਕਾ ਕਰ ਰਹੇ ਹੈ। ਭਗਤਾਂ ਦੇ ਅੰਦਰ ਅਧਿਆਤਮਿਕ ਤਾਕਤ ਇਤਨੀ ਹੈ। ਦਿੱਲੀ ਦੀ ਧਰਤੀ ਉੱਪਰ ਹੀ ਉਹ ਕੋਤਕ ਵਰਤਿਆ, ਜਦੋਂ ਨਾਮਦੇਵ ਨੂੰ ਪਰਮਾਤਮਾ ਕਹਿੰਦੇ ਨੇ ਕਿ ਜੇ ਤੂੰ ਕਹੇ ਤਾਂ ਧਰਤੀ ਕੋਡੀ ਕਰੋ, ਧਰਤੀ ਨੂੰ ਪੁੱਠੀਆਂ ਕਰਦੇ ਆ। ਭਗਤ ਨਾਮਦੇਵ ਜੀ ਆਖਣ ਕਿ ਨਹੀਂ ਦਾਤਾ। ਗੁਰੂ ਅਰਜਨ ਦੇਵ ਪਾਤਸ਼ਾਹ ਤਤੀ ਤਵੀ ਦੇ ਉੱਪਰ ਬੈਠੇ ਨੇ ਤੇ ਪੀਰ ਜੀ ਆਖਦੇ ਨੇ ਸਾਈਂ ਮੀਆਂ ਮੀਰ ਗੁਰਦੇਵ ਕਹੋ ਤੇ ਦਿੱਲੀ ਤੂੰ ਲੈ ਕੇ ਲਾਹੌਰ ਤੱਕ ਇੱਟ ਦੇ ਨਾਲ ਇੱਟ ਖੜਕਾ ਦੇ ਆ। ਮਹਾਰਾਜ ਕਹਿਣ ਲੱਗੇ ਨਹੀਂ,
ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਿੱਲੀ ਚਾਂਦਨੀ ਚੌਕ ਨੇ ਸ਼ਹਾਦਤ ਦਿੱਤੀ। ਗੁਰੂ ਪਾਤਸ਼ਾਹ ਚਾਹੁੰਦੇ ਤੇ ਕੀ ਦਾ ਕੀ ਹੋ ਜਾਂਦਾ, ਪਰ ਨਹੀਂ, ਤਾਣ ਹੁੰਦੇ ਹੋਏ ਨਿਤਾਣੇ ਹੋ ਕੇ ਆਪਣਾ ਜਨਮ ਬਤੀਤ ਕੀਤਾ ਤੇ ਅਣਹੋਂਦੇ ਆਪ ਵੰਡਾਏ। ਨਾ ਇਤਨਾ ਵੰਡਣ ਜੋਗਾ ਹੋਏ ਤਾਂ ਵੀ ਵੰਡਾ ਕੇ ਸ਼ੁਕਰ ਮਨਾਉਂਦਾ ਹੈ, ਰੱਬ ਦਾ ਸ਼ੁਕਰਾਨਾ ਕਰਦਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਤਿਲ ਦਿੱਤਾ ਗਿਆ। ਤੁਸੀਂ ਕਹਿੰਦੇ ਹੋ ਕਿ ਵੰਡਣਾ ਚਾਹੀਦਾ, ਜੇ ਵੰਡਣ ਜੋਗਾ ਤਿਲ ਦਾ ਦਾਣਾ ਹੋਏ। ਮਹਾਰਾਜ ਕਹਿਣ ਲੱਗੇ, ਮਰਦਾਨਿਆ, ਇਸ ਤਿਲ ਨੂੰ ਕੁੱਟ ਪਾਣੀ ਦੇ ਅੰਦਰ ਮਿਲਾ ਕੇ ਸਾਰਿਆਂ ਨੂੰ ਵੰਡ ਦੇ। ਵੰਡਣ ਦਾ ਭਾਵ ਹੋਏ ਤੇ ਤਿਲ ਦਾ ਦਾਣਾ ਵੀ ਵੰਡਿਆ ਜਾ ਸਕਦਾ ਹੈ। ਜ਼ਕਰੀਆ ਖਾਨ ਕੋਲੋਂ ਪੁੱਛਦਾ ਹੈ ਅਬਦਾਲੀ ਕਿ ਇਹ ਸਿੱਖ ਰਹਿੰਦੇ ਕਿੱਥੇ ਨੇ, ਇਹ ਖਾਂਦੇ ਕਿੱਥੇ ਨੇ? ਤੇ ਜ਼ਕਰੀਆ ਖਾਨ ਕਹਿਣ ਲੱਗਾ, ਬਾਦਸ਼ਾਹ, ਇਹ ਜੰਗਲਾਂ ਦੇ ਵਿੱਚ ਰਹਿੰਦੇ ਨੇ, ਘੋੜੀਆਂ ਦੀਆਂ ਕਾਠੀਆਂ ਉੱਪਰ ਰਹਿੰਦੇ ਨੇ। ਤੇ ਜਦੋਂ ਲੰਗਰ ਤਿਆਰ ਹੁੰਦਾ ਨਾ ਤੇ ਉੱਚੀ ਆਵਾਜ਼ ਦੇ ਵਿੱਚ ਇਹ ਹੋਕਾ ਦੇ ਕੇ ਕਹਿੰਦੇ ਨੇ, ਜੇ ਕੋਈ ਭੁੱਖਾ ਹੈ ਤੇ ਆ ਕੇ ਭੋਜਨ ਛਕ ਲੈ। ਅਬਦਾਲੀ ਕਹਿਣ ਲੱਗਾ, ਜੇ ਦੁਸ਼ਮਣ ਆ ਜਾਣ, ਕਹਿੰਦੇ ਕਿ ਉਹਨਾਂ ਨੂੰ ਬੜੇ ਪਿਆਰ ਨਾਲ ਛਕਾਉਂਦੇ ਨੇ, ਨਾ ਬਚੇ ਹੀ ਨਾ ਕੋਲ। ਤੇ ਫਿਰ ਲੰਗਰ ਮਸਤ ਬਤੇ ਹੈ, ਲੰਗਰ ਮਸਤ ਬਤੇ ਕੇ ਵੀ ਮਾਲਕ ਦਾ ਸ਼ੁਕਰਾਨਾ ਕਰਦੇ ਨੇ ਕਿ ਅਣਹੋਂਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ। ਕੋਈ ਐਸਾ ਉਹ ਭਗਤ ਹੈ। ਸਤਿਗੁਰ ਕਿਰਪਾ ਕਰਨ, ਪਾਵਨ ਬਚਨ ਹਿਰਦੇ ਵਸ ਜਾਣ। ਬੋਲਦਿਆਂ ਬੇਅੰਤ ਭੁੱਲਾਂ, ਗੁਰੂ ਸਮਰੱਥ ਹੈ, ਸੰਗਤ ਬਖਸ਼ਣ ਯੋਗ ਹੈ, ਬਖਸ਼ ਦੇਣਾ ਜੇ। ਆਖੋ ਪਿਆਰ ਨਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।